सत श्री अकाल दोस्तों, मैं तुहाडा अपना दोस्त हनी वालिया शोज़ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਾਂ ਗੱਲਬਾਤ ਕਰਾਂਗੇ। ਰੋਜ਼ਾਨਾ ਅਸੀਂ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਗੱਲਬਾਤ ਕਰਦੇ ਆ। ਖਾਸ ਕਰਕੇ ਐਡਮਿੰਟਨ ਦੀ ਗੱਲ ਕਰੀਏ, ਐਲਬਰਟਾ ਦੀ ਗੱਲ ਕਰੀਏ ਤਾਂ ਅੱਜਕੱਲ ਕਾਫੀ ਜ਼ਿਆਦਾ ਇਲੈਕਸ਼ਨਸ ਨੂੰ ਲੈ ਕੇ ਇੱਥੇ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਅਲੱਗ-ਅਲੱਗ ਥਾਂ ਤੇ ਬੋਰਡਸ ਲਗਾਏ ਜਾ ਰਹੇ ਨੇ, ਬਾਰਬੀਕਿਊ ਪਾਰਟੀਆਂ ਕੀਤੀਆਂ ਜਾ ਰਹੀਆਂ ਨੇ। ਕਿਸੇ ਨਾ ਕਿਸੇ ਢੰਗ ਦੇ ਨਾਲ ਹਰ ਇੱਕ ਕੈਂਡੀਡੇਟ ਆਪਣੀ ਜਿਹੜੇ ਹੈਗੇ ਨੇ ਮੁੱਦਿਆਂ ਨੂੰ ਲੋਕਾਂ ਤੱਕ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਜਿਹੜੀ ਕਿ ਹੋਣੀ ਵੀ ਚਾਹੀਦੀ ਹੈ। ਤੇ ਇਸ ਪ੍ਰੋਗਰਾਮ ਦੇ ਜ਼ਰੀਏ ਹਨੀ ਵਾਲੀਆ ਸ਼ੋਜ਼ ਨੇ ਵੀ ਇਹ ਕਿਤੇ ਨਾ ਕਿਤੇ ਅਸੀਂ ਸੋਚਿਆ ਕਿ ਅਸੀਂ ਉਹਨਾਂ ਕੈਂਡੀਡੇਟਸ ਨੂੰ ਤੁਹਾਡੇ ਰੂਬਰੂ ਕਰ ਸਕੀਏ ਤਾਂ ਕਿ ਉਹ ਆਪਣੇ ਜਿਹੜੇ ਮੁੱਦੇ ਨੇ, ਆਪਣੀ ਜਿਹੜੀ ਹੈਗੀਆਂ ਗੱਲਾਂ ਨੇ ਸਾਡੇ ਦਰਸ਼ਕਾਂ ਤੱਕ ਸ਼ੇਅਰ ਕਰ ਸਕਣ। ਇਸ ਕਰਕੇ ਅਗਰ ਤੁਸੀਂ ਵੀ ਸਾਡੇ ਹੋਰ ਵੀ ਸ਼ੋਜ਼ ਦੇਖਣਾ ਚਾਹੁੰਦੇ ਹੋ ਤਾਂ ਹਨੀ ਵਾਲੀਆ ਸ਼ੋਜ਼ ਨੂੰ ਰੈਗੂਲਰ ਲਾਈਕ ਕਰ ਲਓ, ਸ਼ੇਅਰ ਕਰ ਲਓ ਤਾਂ ਕਿ ਤੁਸੀਂ ਅਗਰ ਇਲੈਕਸ਼ਨਸ ਦੇ ਵਿੱਚ ਇੰਟਰਸਟ ਰੱਖਦੇ ਹੈਗੇ ਹੋ, ਇੱਥੇ ਤੁਹਾਨੂੰ ਟਾਈਮ ਨਹੀਂ ਮਿਲ ਪਾਉਂਦਾ ਇਹਨਾਂ ਪਾਰਟੀਆਂ ਦੇ ਵਿੱਚ ਜਾਣ ਦਾ ਜਾਂ ਕਿਸੇ ਹੋਰ ਟੀਵੀ ਦੇਖਣ ਦਾ ਜਾਂ ਕੋਈ ਹੋਰ ਚੀਜ਼ ਦੇ ਲਈ ਜ਼ਿਆਦਾ ਸਮਾਂ ਕੱਢ ਨਹੀਂ ਸਕਦੇ, ਤਾਂ ਤੁਸੀਂ ਇਹਨਾਂ ਨੂੰ ਸਾਡੇ ਇਹਨਾਂ ਸ਼ੋਜ਼ ਨੂੰ ਫੇਸਬੁੱਕ, YouTube ਦੇ ਉੱਤੇ ਦੇਖ ਸਕਦੇ ਹੋ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਬੁਲਾਇਆ ਸਾਡੇ ਨਾਲ ਨੇ ਸਨਾ ਕੱਕਰ ਜੀ, ਜਿਹੜੇ ਕਿ ਗਰਾਈਓ ਵਾਰਡ 11 ਤੋਂ ਇੱਥੇ ਐਜ਼ ਏ ਕਾਉਂਸਲਰ ਜਿਹੜੀ ਹੈਗੀ ਨੇ ਉਹਦੇ ਲਈ ਫਾਈਟ ਕਰ ਰਹੇ ਨੇ, ਕਾਉਂਸਲਰ ਦੀ ਇਲੈਕਸ਼ਨ ਦੇ ਲਈ ਫਾਈਟ ਕਰ ਰਹੇ ਨੇ। ਤਾਂ ਮੈਂ ਵੈਲਕਮ ਕਰਨਾ ਚਾਹੁੰਦਾ। ਵੈਲਕਮ ਜੀ ਸਨਾ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਵੈਲਕਮ ਤੁਹਾਡਾ ਜੀ। ਧੰਨਵਾਦ ਜੀ। ਜੀ ਸਤਿ ਸ੍ਰੀ ਅਕਾਲ ਜੀ। ਤਾਂ ਦੋਸਤੋ, ਮੈਂ ਸਨਾ ਕੱਕਰ ਜੀ ਬਾਰੇ ਦੱਸ ਦੇਣਾ ਚਾਹੁੰਦਾ ਕਿ ਇਹ ਕਾਫੀ ਪਿਛਲੇ ਸਾਲਾਂ ਤੋਂ ਜੇਕਰ ਆਪਾਂ ਗੱਲ ਕਰੀਏ, ਇਹ ਕੰਮਕਾਜ ਦੇ ਵਿੱਚ ਇਹ ਆਰਕੀਟੈਕਟ ਨੇ। ਉਸ ਤੋਂ ਇਲਾਵਾ ਇਹ ਜਿਹੜੇ ਹੈਗੇ ਨੇ ਅਰਬਨ ਪਲੈਨਿੰਗ ਦੇ ਵਿੱਚ ਵੀ ਇਹ ਕੰਮ ਕਰ ਚੁੱਕੇ ਨੇ, ਕਰ ਰਹੇ ਨੇ। ਉਹਦੇ ਨਾਲ ਨਾਲ ਸੋਸ਼ਲ ਵਰਕਰ ਵੀ ਰਹੇ ਨੇ, ਕਾਫੀ ਸਾਲਾਂ ਤੋਂ ਇਹ ਸੋਸ਼ਲ ਜਿਹੜੇ ਹੈਗੇ ਨੇ ਵਰਕ ਕਰਦੇ ਰਹੇ ਨੇ, ਕਿਸੇ ਨਾ ਕਿਸੇ ਕਮਿਊਨਿਟੀ ਦੇ ਨਾਲ, ਕਿਸੇ ਨਾ ਕਿਸੇ ਢੰਗ ਦੇ ਨਾਲ। ਆਪਣੇ ਇੱਥੇ ਮੈਂ ਦੇਖਦਾ ਕਿ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦਾ ਜਿਹੜਾ ਹੈਗਾ ਸੋਸ਼ਲ ਵਰਕਰ, ਐਜ਼ ਏ ਸੋਸ਼ਲ ਵਰਕਰ ਜਿਹੜਾ ਹੈਗਾ ਕੰਮ ਕਰਨਾ, ਬਹੁਤ ਉਹਨਾਂ ਦਾ ਖੁਦ ਦਾ ਇੰਟਰਸਟ ਵੀ ਹੁੰਦਾ ਤੇ ਉਹਨਾਂ ਨੂੰ ਵਧੀਆ ਵੀ ਲੱਗਦਾ। ਤੇ ਇੱਦਾਂ ਦੇ ਲੋਕੀ ਜਿਹੜੇ ਹੈਗੇ ਨੇ ਪੋਲੀਟਿਕਸ ਦੇ ਵਿੱਚ ਆ ਜਾਂਦੇ ਨੇ, ਜਾਂ ਇੱਦਾਂ ਦੇ ਲੋਕੀ ਸਾਡੇ ਜਿਹੜੇ ਹੈਗੇ ਨੇ ਹੱਕਾਂ ਦੇ ਲਈ ਆਪਣੇ ਆਪ ਨੂੰ ਅੱਗੇ ਕਰਦੇ ਨੇ, ਤਾਂ ਸਾਨੂੰ ਵਧੀਆ ਲੱਗਦਾ। ਆਓ ਅੱਜ ਇਹਨਾਂ ਦੇ ਬਾਰੇ ਜਾਣਕਾਰੀ ਲੈਂਦੇ ਹਾਂ ਕਿ ਇਹ ਜਿਹੜੇ ਹੈਗੇ ਗਰਾਈਓ ਵਾਰਡ ਨੰਬਰ 11 ਤੋਂ ਫਾਈਟ ਜਿਹੜਾ ਕਰ ਰਹੇ ਨੇ, ਅਗਰ ਆਪਾਂ ਇਹਨਾਂ ਦੀ ਸੋਚ ਦੇ ਮੁਤਾਬਿਕ ਦੇਖੀਏ ਵੀ ਅਗਰ ਇਹਨਾਂ ਨੂੰ ਅਗਰ ਕਾਉਂਸਲਰ ਚੁਣਨਾ ਹੋਵੇ ਤਾਂ ਕੀ ਇਹਨਾਂ ਦੇ ਵਿੱਚ ਖੂਬੀਆਂ ਹੈਗੀਆਂ ਨੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਗਰ ਇਹ ਐਜ਼ ਏ ਕਾਉਂਸਲਰ ਬਣ ਜਾਂਦੇ ਨੇ, ਇਹ ਸਾਡੇ ਵਾਰਡ ਦੇ ਲਈ ਕੀ ਕੀ ਕਰ ਸਕਣਗੇ, ਕੀ ਕੀ ਮੁੱਦੇ ਇਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਹੇ ਨੇ ਜਿਨ੍ਹਾਂ ਨੂੰ ਚੱਕਣਾ ਬਹੁਤ ਜ਼ਰੂਰੀ ਹੈਗਾ, ਜਾਂ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ, ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੇ ਜਿਹੜੇ ਹੈਗੇ ਨੇ ਜਿੰਨੇ ਵੀ ਇੱਥੇ ਆਉਂਦੇ ਨੇ ਹਨਾ, ਜਿਹੜੇ ਵੀ ਇੱਥੇ ਕੈਂਡੀਡੇਟ ਆਉਂਦੇ ਨੇ, ਉਹਨਾਂ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਤੁਸੀਂ ਸਵਾਲ ਮੈਸੇਜ ਕਰ ਸਕਦੇ ਹੋ। ਅਸੀਂ ਤੁਹਾਡੇ ਬਿਹਾਫ ਤੇ ਸਾਡੇ ਜਿਹੜੇ ਇੱਥੇ ਕੈਂਡੀਡੇਟ ਆਉਂਦੇ ਨੇ ਆਪਣੇ ਆਪ ਨੂੰ ਤੁਹਾਡੇ ਲੋਕਾਂ ਦੇ ਲਈ ਦੱਸਣ ਦੇ ਲਈ, ਸ਼ੇਅਰ ਕਰਨ ਦੇ ਲਈ ਐਕਸਪੀਰੀਅੰਸ, ਉਹ ਸਵਾਲ ਜ਼ਰੂਰ ਪੁੱਛਾਂਗੇ। ਤਾਂ ਸਨਾ ਜੀ, ਸਭ ਤੋਂ ਪਹਿਲਾਂ ਤਾਂ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਕਾਫੀ ਲੋਕ ਤੁਹਾਡੇ ਬਾਰੇ ਜਾਣਕਾਰੀ ਰੱਖ ਚੁੱਕੇ ਨੇ, ਲੇਕਿਨ ਥੋੜਾ ਜਿਹਾ ਜਿੱਦਾਂ ਕਿ ਮੈਂ ਬੇਸਿਕ ਜਿਹਾ ਦੱਸਿਆ ਹੈਗਾ, ਆਪਣੀ ਡਿਟੇਲ ਦਿਓ ਸਰ। ਧੰਨਵਾਦ। ਮੇਰਾ ਨਾਮ ਸਨਾ ਕੱਕੜ ਹੈ। ਮੈਂ ਆਰਕੀਟੈਕਚਰ ਪਲਾਨਿੰਗ ਦੀ ਸਟੱਡੀ ਕੀਤੀ ਹੈ। इसके अलावा मैगिल यूनिवर्सिटी तो हाउसिंग ਵਿੱਚ पोस्ट प्रोफेशनल मास्टर किया है। दिस इज़ व्हाट आई डू, ये मैं काम करता हूँ। और इधर कोई 20 साल से मैं कनाडा में हूँ और मॉन्ट्रियल से इतने 2014 में मूव हुआ एडमिंटन तो मैं आर्किटेक्चर प्लानिंग का काम करता। तो मेरा ख्याल है कि जरा काम मैं करता, प्लानिंग, प्रोजेक्ट्स, कंस्ट्रक्शन, डिज़ाइन, ये द सिटी काउंसिल आधा काम जो यही सिटी काउंसिल करती है। तो जो प्रोजेक्ट बनते हैं, जो डिज़ाइन होता है, सो जब मैं वहाँ पे होता हूँ तो आई वुड फील के जो आम एक पॉलिटिशियन वहाँ जाता है या कोई आम आदमी जाएगा, आई विल बी बेटर कि मुझे पता होता है कि प्रोजेक्ट का साइज़ क्या होता है, उसका बजट, उसका कॉस्ट, उस पर ख़र्चा कितना आता है, या फिर उसका इस्तेमाल, उसका यूज़ है भी या नहीं। तो उस तरह से जब मैं वहाँ पे हूँगा तो जो टैक्स पेयर का कि पैसा है, जो हमारे शहर का पैसा है, उसको बचाने में मैं ज़्यादा काम कर सकूँगा, क्योंकि यही मेरी फील्ड है।
ਰਾਈਟ। ਅੱਛਾ ਸਨਾ ਜੀ, ਥੋੜਾ ਜਿਹਾ ਦੱਸੋ ਕਿ ਐਜ਼ ਏ ਕਾਉਂਸਲਰ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਚਲੋ ਅਰਬਨ ਡਿਵੈਲਪਮੈਂਟ ਦੇ ਵਿੱਚ ਹੈ ਨਾ ਪਲੈਨਿੰਗ ਦੇ ਵਿੱਚ ਕੰਮ ਕਰ ਰਹੇ ਹੋ ਕਿ ਇਹ ਚੀਜ਼ਾਂ ਨੇ, ਤਾਂ ਇੱਕ ਕਾਉਂਸਲਰ ਦੀ ਰਿਸਪੌਂਸਿਬਿਲਟੀਜ਼ ਦੀ ਗੱਲ ਕਰ ਲਈਏ, ਜੌਬ ਡਿਊਟੀਜ਼ ਦੀ ਗੱਲ ਕਰ ਲਈਏ, ਕੀ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ? ਆਮ ਪਬਲਿਕ ਇਹ ਸੋਚਦੀ ਹੈ ਵੀ ਅਸੀਂ ਉਹਨੂੰ ਕਾਉਂਸਲਰ ਅਗਰ ਅਸੀਂ ਚੁਣ ਦਿੰਦੇ ਹਾਂ ਜਾਂ ਉਹਨੂੰ ਸਿਲੈਕਟ ਕਰ ਦਿੰਦੇ ਹਾਂ ਤਾਂ ਉਹਦੇ ਵਿੱਚ ਕੀ ਉਹਦੀਆਂ, ਇੱਕ ਤਾਂ ਚਲੋ ਅਰਬਨ ਪਲੈਨਿੰਗ ਹੋ ਗਈ, ਉਸ ਤੋਂ ਇਲਾਵਾ ਹੋਰ ਕੀ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ ਜਿਹੜੀਆਂ ਤੁਸੀਂ ਸੋਚਦੇ ਹੋ ਕਿ ਇੱਕ काउंसलर ਨੂੰ एज ए काउंसलर करनियां चाहिए ने? रिस्पॉन्सिबिलिटीज़ तो मुख्तलिफ होती हैं। जब सिटी काउंसिल में बैठे होते हैं तो पॉलिसी बनानी होती है, जो आपके शहर के जो कि घर किस तरह से बनना चाहिए, जो बाई लॉज होते हैं वो वहाँ पे बनते हैं। इसके अलावा आपकी पुलिस सिटी के अंडर आती है, आपका जो रोड वगैरह का साइड वॉक्स वगैरह के कंस्ट्रक्शन वगैरह है वो इसी सिटी काउंसिल के अंदर आता है। वेस्ट मैनेजमेंट, जो गार्बेज, जो कचरा वगैरह उठाने का है वो सिटी काउंसिल के उसमें आता है। स्नो रिमूवल वगैरह ये भी सिटी काउंसिल के का इख्तियार होता है, वो करते हैं। तो बहुत काम होता है सिटी काउंसिल का। इनका काम एमपी या जो एमएलए होता है उससे ज़्यादा होता है। वो तो सिर्फ पॉलिसी बनाते हैं और ये जो काउंसलर होता है वो काम भी करवाते हैं, तो इसका ज़्यादा रिस्पॉन्सिबिलिटी भी ज़्यादा होती है, काम भी ज़्यादा होता है और उसके उतनी फैसिलिटीज़ भी नहीं होती, तो मेहनत ज़्यादा होती है। 70-80 घंटे हफ्ते में काम करना होता है। राइट। अच्छा, ये ਜਿਹੜਾ ਗਰਾਹੀਓ ਵਾਰਡ, ਗਰਾਹੀਓ ਜਿਹੜਾ ਇਹਨਾਂ ਨੇ ਅਵਾਰਡ ਕੀਤਾ ਹੈਗਾ, ਜਿਹਨੂੰ ਕਿ ਅਵਾਰਡ 11 ਵੀ ਕਿਹਾ ਜਾਂਦਾ ਸੀ, ਇਹਦੀ ਅਗਰ ਆਪਾਂ ਬਾਰਡਰਸ ਦੀ ਗੱਲ ਕਰੀਏ, ਕਿਹੜਾ ਏਰੀਆ ਜਿਹੜਾ ਹੈਗਾ ਇਹਦੇ ਵਿੱਚ ਸਿਲੈਕਟ ਹੋ ਰਿਹਾ, ਕੌਣ ਨੇ ਜਿਹੜੇ ਕਿਸ ਏਰੀਆ ਦੇ ਲੋਕੀ ਜਿਹੜੇ ਵੋਟਿੰਗ ਕਰ ਸਕਦੇ ਨੇ ਇਹਦੇ ਵਿੱਚ? ये बाउंड्रीज इन्हें चेंज की थी। आप पंजाब स्ट्रीट और कैलगरी ट्रेल दे बीच, पंजाब स्ट्रीट, कैलगरी ट्रेल ईस्ट वेस्ट और वाइट मार्ट ड्राइव द साउथ ऑल द वे टू सिटी बाउंड्री। वाइट मार्ट ड्राइव के नीचे आप जाए एंथनी हेंडे 41st एवेन्यू तक जितनी भी सिटी बाउंड्री है वो इसी वार्ड में है। सिर्फ चार्ल्सवर्थ का एरिया जो है वो इसके अंदर है, जो 34 तक जाता है। तो अगर आसानी से देखें तो पंजाब स्ट्रीट और कैलगरी ट्रेल ये ईस्ट वेस्ट और वाइट मार्ट ड्राइव के साउथ में ऑल द वे टू सिटी बाउंड्री। ਓਕੇ, ਲਾਈਕ ਤੁਸੀਂ 50 ਸਟਰੀਟ ਤੋਂ ਲੈ ਕੇ ਜਿਹੜੀ ਹੈਗੀ ਹੈ ਕੈਲਗਰੀ ਟ੍ਰੇਲ ਤੱਕ ਦਾ ਆਪਾਂ ਗੱਲ ਕਰ ਲਈਏ, ਉਸ ਤੋਂ ਇਲਾਵਾ ਜਿਹੜਾ ਵਾਈਟ ਮਡ ਤੋਂ ਲੈ ਕੇ ਚਾਹੇ 41 ਸਟਰੀਟ ਤੱਕ ਜਾ ਰਹੀ ਹੈ, ਉਹ ਸਾਰਾ ਜਿਹੜਾ ਹੈਗਾ ਗਰਾਹੀਓ ਵਾਰਡ ਜਿਹੜਾ ਹੈਗਾ, ਜਿਹਨੂੰ ਵਾਰਡ ਨੰਬਰ 11 ਵੀ ਕਿਹਾ ਜਾਂਦਾ ਸੀ, ਤੇ ਉਹਦੇ ਤੇ ਵੋਟਿੰਗ ਜਿਹੜੀਆਂ ਹੈਗੀਆਂ ਨੇ ਉਸ ਵਾਰਡ ਤੋਂ ਜਿਹੜਾ ਹੈਗੇ ਨੇ ਸਨਾ ਕੱਕਰ ਜੀ ਖੜੇ ਹੋ ਰਹੇ ਨੇ ਐਜ਼ ਏ ਕਾਉਂਸਲਰ। ਤਾਂ ਇੱਕ ਕਾਉਂਸਲਰ ਦੀ ਜਿਹੜੀ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ, ਜੌਬ ਡਿਊਟੀਜ਼ ਹੁੰਦੀਆਂ ਨੇ, ਜਾਂ ਫਿਰ ਜੋ ਇਹ ਸੋਚਦੇ ਨੇ ਆਪਣੇ ਵੱਲੋਂ ਕਰਨ ਦੇ ਲਈ, ਤਾਂ ਇਹ ਸਾਨੂੰ ਵੀ, ਕਿਉਂਕਿ ਕਈ ਦਫਾ ਦੋਸਤੋ ਕਾਫੀ ਲੋਕ ਮੇਰੇ ਵਰਗੇ ਹੁੰਦੇ ਨੇ ਜਿਹੜੇ ਨਵੇਂ ਆਏ ਹੁੰਦੇ ਨੇ, ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਵੀ ਅਸੀਂ ਇੱਕ ਐਜ਼ ਏ ਕਾਉਂਸਲਰ ਅਸੀਂ ਕਿਸੇ ਨੂੰ ਚੁਣ ਰਹੇ ਹਾਂ ਤਾਂ ਉਹਦੀ ਜੌਬ ਡਿਊਟੀਜ਼ ਕੀ ਨੇ, ਉਹ ਕੀ ਕਰ ਸਕਦਾ, ਉਹ ਕਿਹੜੀ ਹੈਲਪ ਕਰ ਸਕਦਾ। ਤਾਂ ਹੀ ਕੁਛ ਨਾ ਕੁਛ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਬੇਸਿਕ ਕੁਐਸਚਨਸ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ। ਅੱਛਾ ਸਨਾ ਜੀ, ਇਹ ਤੁਸੀਂ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਕਿ ਤੁਸੀਂ ਚਲੋ ਅਰਬਨ ਪਲੈਨਿੰਗ ਦੇ ਵਿੱਚ ਹੈਗੇ ਹੋ ਤੇ ਚਲੋ ਤੁਹਾਡੇ ਕੋਲੇ ਉੱਥੇ ਆਉਂਦੇ ਨੇ ਤਾਂ ਤੁਸੀਂ, ਤਾਂ ਹੋਰ ਤੁਹਾਨੂੰ ਕੀ ਲੱਗਦਾ ਕਿ ਹੋਰ ਕਿਸ ਟਾਈਪ ਦੇ ਜਿਹੜੇ ਹੈਗੇ ਨੇ ਮੁੱਦੇ, ਜਿਹੜੇ ਪੁਆਇੰਟਸ ਨੇ ਤੁਹਾਨੂੰ ਲੱਗਦਾ ਵੀ ਹਾਈਲਾਈਟ ਕਰਨੇ ਚਾਹੀਦੇ ਨੇ, ਜਾਂ ਤੁਸੀਂ ਅੱਜ ਹੁਣ ਤੁਸੀਂ ਜਦੋਂ ਕੋਈ ਵੀ ਐਜ਼ ਏ ਕਾਉਂਸਲਰ ਜਾਂ ਕੋਈ ਵੀ ਕੈਂਡੀਡੇਟ ਫਾਈਟ ਕਰਦਾ ਕਿਸੇ ਵੀ ਸੀਟ ਦੇ ਲਈ, ਤਾਂ ਉਹ ਕੁਛ ਨਾ ਕੁਛ ਜਿਹੜੇ ਪੁਆਇੰਟ ਆਊਟਸ ਜ਼ਰੂਰ ਕਰਦਾ ਵੀ ਮੈਂ ਇਹਨਾਂ ਮੁੱਦਿਆਂ ਦੇ ਉੱਤੇ ਟਾਰਗੇਟ ਕਰ ਰਿਹਾ। ਤੁਹਾਡਾ ਕੀ ਟਾਰਗੇਟ ਹੈਗਾ ਵੀ ਤੁਸੀਂ ਕੀ ਇੱਦਾਂ ਦੇ ਸੁਧਾਰ ਲਿਆਉਣਾ ਚਾਹੁੰਦੇ ਹੋ ਆਪਣੇ ਵਾਰਡ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਆਪਣੇ ਦੇਸ਼ ਦੇ ਲਈ? ਕੀ मतलब कि ਕੀ ਕਰ ਸਕਦੇ ਹੋ ਤੁਸੀਂ, ਕੀ ਸੋਚਿਆ ਤੁਸੀਂ ਦਿਮਾਗ ਦੇ ਵਿੱਚ? हाँ, इस वार्ड में पहले तो हमें कम्युनिटीज़ को एक तरह से यूनाइट करना है। यहाँ पे कुछ मसले हो रहे हैं, कुछ रेसिज्म का, उसके बारे में है। दूसरी जो चीज़ें हैं वो वार्ड में इंफ्रास्ट्रक्चर, कुछ सड़कें ठीक नहीं है, कुछ नेबरहुड्स में जो ब्लॉक्स में कुछ घर है उनकी हालत ठीक नहीं है, साइड वॉक्स वगैरह, पार्क्स जो है उनको इम्प्रूव करना है, और ये तो इंफ्रास्ट्रक्चर के मसले हो गए। दूसरी जो चीज़ें हैं ये का होमलेसनेस है, पावर्टी और होमलेसनेस और ड्रग एडिक्शन है, उसके बारे में काम करना है।
अफोर्डेबल हाउसिंग मेरा सब्जेक्ट है। हाउसिंग मैंने McGill यूनिवर्सिटी से पढ़ा है, मास्टर पोस्ट प्रोफेशनल मास्टर की है। तो हाउसिंग तो करना ही है, ये मेरा बहुत ही ज़रूरी पॉइंट है। हाउसिंग लोगों को देना है, यहाँ पे हाउसिंग की बहुत कमी है। ये चीज़ें हैं। और सबसे अहम जो चीज़ है, लोगों का जहन, मेंटल और फिज़िकल हेल्थ को इम्प्रूव करना है। उसके लिए लोग जब मेरे पास आते हैं, उनके बहुत ही छोटे छोटे मसले होते हैं। किसी को बोलते हैं रोड पे खड्डे पड़ गए जी, ठीक नहीं हो रहे, मेरी गाड़ी लगी, वो सारा दिमाग पे उनका स्ट्रेस रहता है। कोई कहता है साइड वॉक टूटा हुआ है, मैं बच्चे नहीं इस्तेमाल, या जो व्हील चेयर है वो इस्तेमाल नहीं कर पाते, वो बड़ा उनके लिए मसला होता है। या फिर जैसे हाईवे है एंथनी हंडे या वाइट मड ड्राइव हाईवे है, इनके करीब जो लोग रहते हैं वहाँ पे शोर बहुत ज़्यादा होता है, तो सो नहीं पाते, उनको सुकून नहीं मिलता। तो ये जो पेंडेमिक गुजरा है, इसमें लोग काफ़ी स्ट्रेस थे, फाइनेंशियली बड़े स्ट्रेस हुए हैं, घरों पर रहे हैं, तो घरों पे झगड़े बहुत ज़्यादा होते थे, बीवी शौहर के झगड़े बहुत ज़्यादा थे, फैमिलीज़ के जी, बड़े डिवोर्स केसेस भी बढ़ गए थे, और वायलेंस भी, झगड़े भी, जो फिज़िकल झगड़े हैं वो भी बढ़ गए थे। तो हमें लोगों को थोड़ा सा स्ट्रेस कम करना है। तो सिटी लेवल पे हम स्ट्रेस ऐसे कम कर सकते हैं कि जो खड्डे हैं सड़कों पे वो वक्त पे भरें, साइड वॉक जो है जिस पे लोग चलना चाहते हैं टूटे हुए, उनको ठीक करें, जो शोर है इसको किसी तरह से कम करें, जो वेस्ट डिस्पोजल है, जैसे पिछली जो गलियां होती हैं इसमें फर्नीचर टूटे हुए, कचरा पड़ा होता है, वो भी आपको स्ट्रेस देता है, आपके जहन पे जोर लाता है। उसको भी कम करने के लिए हमें सफाई का करना पड़ेगा। ऐसी चीज़ें करने से एक चीज़ तो ये होगी कि थोड़ा स्ट्रेस हम कम कर देंगे। तो जो खड्डे की वजह से अगर कितने झगड़े होते होंगे, आपकी गाड़ी के टायर लग गया और आपको लगे गाड़ी टूट गई, क्या हुआ, और उसी वक्त आपको कोई बात करे, कोई बात हो जाती है, बच्चे बीवी की झगड़ा भी शुरू हो जाता है जी। बिल्कुल छोटी चीज़ें, मैं इस तरह से छोटी छोटी चीज़ों पे भी मेरी नज़र है। राइट। तो मैं समझता हूँ कि इस तरह अगर ये चीज़ें हम सिटी लेवल पे इन चीज़ों को ठीक करें तो कम से कम ये 911 की कॉल्स कम हो जाएंगी, पुलिस वाले अपना जो रियल काम है क्रिमिनल्स के लिए वो करने लगेंगे जी। और एक तरह से जो पैसा बचेगा वो हम वापस ट्रांजिट वगैरह पे लगाएंगे, क्योंकि ट्रांजिट के लिए भी लोग बहुत परेशान हैं, उन्होंने जो रूट चेंज किए वो भी काफ़ी लोग परेशान, उनको भी ठीक करना है। तो काफ़ी मसले देखते हैं कि हमारा तो एक वार्ड का काउंसलर है, पता नहीं कितना कर सकेगा, लेकिन वो डिस्कस एवरीथिंग, हर चीज़ को हम डिस्कस करेंगे, हर चीज़ पे बात करेंगे और आइडिया देंगे, क्योंकि नया सलूशन देना, आइडिया देना हमारा काम है। जो हम काम करते हैं आर्किटेक्चर, प्लानिंग वगैरह, हम डिज़ाइनर्स हैं, हम आइडियाज़ देते हैं, तो हम उनको आइडियाज़ देंगे, वो कोशिश करेंगे कि इम्प्लीमेंट भी करें। राइट। तो दोस्तों ਸਾਡੇ ਨਾਲ ਨੇ ਸਨਾ ਕੱਕਰ ਜੀ ਜਿਹੜੇ ਕਿ ਗਰਾਈਓ ਵਾਰਡ 11 ਤੋਂ ਜਿਹੜੇ ਕਿ ਕਾਉਂਸਲਰ ਦੇ ਲਈ ਫਾਈਟ ਕਰ ਰਹੇ ਨੇ। ਤੁਸੀਂ ਕੋਈ ਮਨ ਦੇ ਵਿੱਚ ਸਵਾਲ ਹੈਗਾ, ਤੁਸੀਂ ਇਹਨਾਂ ਦੇ ਨਾਲ ਕੋਈ ਕੁਐਸਚਨ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਕੈਂਡੀਡੇਟ ਦੇ ਬਾਰੇ ਵਿੱਚ ਕੋਈ ਕੁਐਸਚਨ ਹੈਗਾ, ਸਾਨੂੰ ਜ਼ਰੂਰ ਸੈਂਡ ਕਰ ਸਕਦੇ ਹੋ, ਕਿਉਂਕਿ ਅਸੀਂ ਇਸ ਪਲੇਟਫਾਰਮ ਦੇ ਜ਼ਰੀਏ ਹੋਰ ਵੀ ਬਹੁਤ ਸਾਰੇ ਕੈਂਡੀਡੇਟਸ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਇਨਵਾਈਟ ਕਰ ਰਹੇ ਹਾਂ, ਤਾਂ ਕਿ ਉਹ ਆਪਣੇ ਵਿਊਜ਼ ਸਾਡੇ ਦਰਸ਼ਕਾਂ ਤੱਕ, ਸਾਡੇ ਵਿਊਅਰਸ ਤੱਕ ਰੱਖ ਸਕਣ। ਖਾਸ ਕਰਕੇ ਜਿੱਦਾਂ ਤੁਹਾਨੂੰ ਪਤਾ ਕਿ ਐਡਮਿੰਟਨ ਦੇ ਵਿੱਚ ਸਾਡੇ ਇਹਨਾਂ ਸ਼ੋਜ਼ ਨੂੰ ਇੰਨਾ ਜ਼ਿਆਦਾ ਪਿਆਰ ਕੀਤਾ ਜਾਂਦਾ, ਐਲਬਰਟਾ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਕੀਤਾ ਜਾਂਦਾ, ਦੁਨੀਆ ਭਰ ਦੇ ਵਿੱਚ ਜਿੱਥੇ ਵੀ ਲੋਕੀ ਬੈਠੇ ਨੇ ਉਹ ਖਾਸ ਕਰਕੇ ਅਗਰ ਉਹ ਐਲਬਰਟਾ ਦੇ ਜਿਹੜੇ ਇਸ ਜਿਹੜੀ ਇਲੈਕਸ਼ਨਸ ਦੇ ਬਾਰੇ ਵੀ ਜਾਣਕਾਰੀ ਲੈਣਾ ਚਾਹੁੰਦੇ ਆ, ਉਹ ਵੀ ਰੈਗੂਲਰ ਇਹਨਾਂ ਸ਼ੋਜ਼ ਦੇ ਰਾਹੀਂ ਬਣ ਕੇ ਜਿਹੜੀ ਹੈਗੀ ਹੈ ਆਪਣੀ ਜਿਹੜੀ ਹੈਗੀ ਹੈ ਸਾਡੇ ਨਾਲ ਅਪਡੇਟਸ ਲੈ ਸਕਦੇ ਨੇ। ਤਾਂ ਸਰ ਜਿਹੜਾ ਤੁਸੀਂ ਸਟਾਰਟਿੰਗ ਦੇ ਵਿੱਚ ਸਨਾ ਜੀ ਇੱਕ ਪੁੱਛਿਆ ਸੀ, ਗੱਲ ਕੀਤੀ ਸੀ ਕਿ ਅੱਜ ਕੱਲ੍ਹ ਹੇਟ ਕ੍ਰਾਈਮ ਕਾਫੀ ਜ਼ਿਆਦਾ ਵੱਧ ਗਿਆ ਹੋਇਆ, ਤੇ ਹੇਟ ਕ੍ਰਾਈਮ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਹੈਗਾ ਕਿ ਹੇਟ ਕ੍ਰਾਈਮ ਵੱਧਦਾ ਕਿਉਂ ਜਾ ਰਿਹਾ ਤੇ ਇਹਨੂੰ ਰੋਕਿਆ ਕਿੱਦਾਂ ਜਾ ਸਕਦਾ, ਇਹਦਾ ਮੇਨ ਕਾਰਨ ਕੀ ਹੈ। ਤਾਂ ਹੇਟ ਕ੍ਰਾइम ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? हाँ, ये जब लंदन ओंटारियो में अटैक हुआ था कुछ मुस्लिम फैमिली पे, इस पे 3 नस्ल के लोगों को कत्ल किया गया था जी। उसके बाद ये जो हेट क्राइम है पूरे कनाडा हर जगह शुरू हो गए, एडमिंटन में बहुत ज़्यादा हो गए, बहुत कुछ जो हुआ यहाँ पे वो रिपोर्ट ही नहीं होता। पुलिस रिपोर्ट शायद कर ले, लेकिन मीडिया वगैरह में कुछ ऐसी बात नहीं हो रही। तो मैं इनसे कहता हूँ, मैं दूसरे शो पे भी था तो मैंने यही कहा था कि जो आएगा मारने के लिए, जो ट्रक वाला, वो देखता नहीं है कि रिलीजन उसका क्या है, ये मुस्लिम, हिंदू या सिख, क्योंकि हमारे जो लेडीज़ हैं
वो सब एक ही तरह के कपड़े, वही दुपट्टा, वही कमीज शलवार पहनी होती है, तो उनको नहीं पता होता। और कई दफ़ा हुआ भी ऐसा है कि हमारे जो सिख ब्रदर्स हैं उन पे अटैक हुआ है, वो समझते हैं कि ये मुस्लिम्स हैं। तो इसके लिए हमें इलेक्शन के बाद मेरा प्लान भी यही है कि हम सारी कम्युनिटीज़, सिर्फ देसी नहीं बल्कि सारी कम्युनिटीज़, गोरों को, क्रिश्चियंस जो भी हैं, हमारे जो ब्लैक्स हैं या नेटिव्स हैं, और जितने भी देसी कम्युनिटीज़ हैं, उन सब को हम कुछ प्रोग्राम्स करेंगे, उनको एक जगह बिठाएंगे, डायलॉग कराएंगे, और वो सब एक मैसेज देंगे कि हमारे नाम पे आप ये रेसिज्म या हेट क्राइम नहीं कर सकते, क्योंकि हम सब अमन पीस चाहते हैं और हम जो हैं वो यूनाइटेड हैं इसके लिए। और एक बहुत ज़रूरी चीज़ जो है वो जो अमन, पीस, सिक्योरिटी और सेफ्टी और डेवलपमेंट साथ चलते हैं। ऐसा नहीं हो सकता कि आपके यहाँ पीस नहीं हो और इलाका भी डेवलप हो रहा हो। ऐसा नहीं है कि सिक्योरिटी नहीं है और आपके यहाँ बिजनेस भी आ रहा हो, ये हो ही नहीं सकता। तो इसलिए हमें, अगर आपकी कोई कम्युनिटी में कुछ लोग इस तरह से खौफज़दा हैं कि बाहर जाते हुए उनको डर लग रहा है, अपनी जान की फ़िक्र है, तो ये कनाडा में हो नहीं सकता, ना हम होने देंगे ना इसको छोड़ेंगे इस तरह से। हम इन लोगों को, जो लोगों को नुकसान पहुंचाना चाहते हैं, जिनके दिल में नफ़रत लोग करते हैं, वो नॉर्मल है, वो हमारे यहाँ हर कोई एक दूसरे से करता है। जब नफ़रत क्राइम के लेवल पे आती है ना, दैट इज़ अनएक्सेप्टेबल, वो किसी तौर पर भी हम बर्दाश्त नहीं करेंगे। हम लोगों को आइसोलेट करेंगे, जो बुरा चाहते हैं उनको हम अकेला करेंगे, उसके बाद हम उनको मैसेज देंगे कि आप हमारे नाम पे ये नहीं कर सकते। वो जो गोरा होगा, काला होगा, जो भी, वो खुद उसको मैसेज देगा। तो इस तरह से हम जो हेट क्राइम्स हैं उनको रोकेंगे और कम्युनिटी को यूनाइट करेंगे, और इसके अलावा जो डेवलपमेंट होगी वो इसी तरह से आएगी। राइट। क्योंकि दोस्तों हेट क्राइम तो ਜਿਹੜਾ ਹੈਗਾ ਪਿੱਛੇ ਜੇ ਕਾਫੀ ਵੱਡੇ ਮੁੱਦੇ ਵੀ ਦੇਖਣ ਦੇ ਵਿੱਚ ਆਏ ਨੇ, ਲੇਕਿਨ ਸਾਨੂੰ ਸਾਰਿਆਂ ਨੂੰ ਇਹਦੇ ਖਿਲਾਫ ਜਿਹੜੀ ਹੈਗੀ ਉੱਠ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਬੜੇ ਵਧੀਆ ਪੁਆਇੰਟਸ ਹੁੰਦੇ ਨੇ ਕਿ ਚਲੋ ਇਹ ਇੱਕ ਗੱਲ ਹੁੰਦੀ ਹੈ ਕਿ ਅਸੀਂ ਸਾਰਿਆਂ ਨੂੰ ਮਿਲ ਕੇ ਹੀ ਕਿਸੇ ਵੀ ਬੁਰਾਈ ਦੇ ਖਿਲਾਫ ਜਿਹੜਾ ਹੈਗਾ ਫਾਈਟ ਕਰਨੀ ਹੁੰਦੀ ਹੈ, ਤਾਂ ਅਗਰ ਸਾਰੇ ਜਣੇ ਮਿਲ ਕੇ ਕਰਨ ਤਾਂ ਹੀ ਉਹਦਾ ਜਿਹੜਾ ਹੈਗਾ ਨਾਸ਼ ਕੀਤਾ ਜਾ ਸਕਦਾ, ਉਹਨੂੰ ਖਤਮ ਕੀਤਾ ਜਾ ਸਕਦਾ। ਇਸ ਕਰਕੇ ਕਈ ਦਫਾ ਅਸੀਂ ਸੋਚਦੇ ਆ ਨਾ ਵੀ ਇਹ ਤਾਂ ਹੁਣ ਸਾਡੇ ਤੇ ਥੋੜੀ ਹੋਇਆ ਸੀ, ਕਿਸੇ ਹੋਰ ਤੇ ਹੋਇਆ, ਸਾਨੂੰ ਕੀ ਲੈਣਾ ਦੇਣਾ। ਉਹੀ ਗੱਲ ਕਿਹਾ ਜਾਂਦਾ ਵੀ ਉਹ ਚੀਜ਼ ਤੁਹਾਡੇ ਤੇ ਵੀ ਕਿਸੇ ਨਾ ਕਿਸੇ ਟਾਈਮ ਆ ਸਕਦੀ ਹੈ। ਇਸ ਕਰਕੇ ਅਗਰ ਉਹਨੂੰ ਤੁਸੀਂ ਬੇਸਿਕ ਟਾਈਮ ਤੇ ਹੀ ਜਿਹੜਾ ਹੈਗਾ ਸ਼ੁਰੂਆਤ ਦੇ ਵਿੱਚ ਹੀ ਹਟਾ ਦਿਓ, ਤਾਂ ਉਹ ਚੀਜ਼ਾਂ ਤੋਂ ਅਸੀਂ ਜਿਹੜਾ ਹੈਗਾ ਬਚਾਅ ਕਰ ਸਕਦੇ ਆ। ਤਾਂ ਸਰ ਜਿਹੜਾ ਹੈਗਾ ਸਨਾ ਕੱਕਰ, ਅਗਰ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਜਿਹੜੀ ਆਪਣੀ ਲੋਕਾਂ ਤੱਕ ਮੇਲ ਜੋਲ ਰੱਖ ਰਹੇ ਹੋ ਜਾਂ ਲੋਕਾਂ ਤੱਕ ਆਪਣੀ ਜਿਹੜੀ ਆਵਾਜ਼ ਪਹੁੰਚਾ ਰਹੇ ਹੋ, ਕਿਹੜੇ ਤੁਸੀਂ ਪਲੇਟਫਾਰਮ ਯੂਜ਼ ਕਰ ਰਹੇ ਹੋ ਜਾਂ ਪਬਲਿਕ ਜਿਹੜੀ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੀ ਹੈਗੀ ਹੈ, ਜਿਹੜਾ ਤੁਸੀਂ ਵਾਰਡ ਜਿਹੜਾ ਹੈਗਾ ਗਿਰਾਹੀਓ ਵਾਰਡ 11 ਦੇ ਲੋਕੀ ਜੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ, ਤੁਸੀਂ ਕਿੱਦਾਂ ਦੇ ਇੱਦਾਂ ਦੇ ਈਵੈਂਟਸ ਕੁਝ ਕਰ ਰਹੇ ਹੋ? ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਬਾਰਬੀਕਿਊ ਪਾਰਟੀਜ਼ ਹੋ ਰਹੀਆਂ ਨੇ, ਟੀ ਪਾਰਟੀਜ਼ ਹੋ ਰਹੀਆਂ ਨੇ, ਕਿਤੇ ਨਾ ਕਿਤੇ ਗੈਦਰਿੰਗ ਕਰ ਰਹੇ ਹੋ, ਤਾਂ ਕੀ ਤੁਸੀਂ ਇੱਦਾਂ ਦੀ ਪਲੈਨਿੰਗ ਹੈ, ਤਾਂ ਪਬਲਿਕ ਤੁਹਾਡੇ ਨਾਲ ਕਿੱਦਾਂ ਜੁੜ ਸਕਦੀ ਹੈ? हाँ, मेरा एक वेबसाइट है sanakakkar.ca, SANAKAKAR.ca, और फेसबुक पेज है वोट सना काकड़ के नाम से है। मेरा ट्विटर पर भी अकाउंट है, वहाँ से भी आप कर सकते हैं। इंस्टाग्राम पे भी अकाउंट है और टिकटॉक पे भी अकाउंट है। तो आप मुझे सर्च करेंगे, मेरी वेबसाइट पे जाएंगे तो आपको सारे लिंक्स मिल जाएंगे। इसके लिए हमने कुछ दिन पहले हमने एक फंड रेजिंग डिनर किया था, उसमें काफ़ी कम्युनिटी के लोग आए थे, जो इंडियन कम्युनिटी के लोग हैं, सिख हैं, गुजराती और दूसरे लोग भी आए थे, पाकिस्तानी कम्युनिटी के लोग थे, इनमें जो यहाँ कनेडियन है, वाइट कनेडियंस भी आए थे, अफ्रीकन भी आए थे। तो तकरीबन हर कम्युनिटी के लोग आए थे। तो इस तरह के हम प्रोग्राम कर रहे हैं। आप फेसबुक पे जो है उसको देखते रहें और उसी से ही फिर आपको आगे प्रोग्राम पता चलेगा। जी, तो दोस्तों ਤੁਸੀਂ ਅਗਰ ਸਨਾ ਕੱਕਰ ਜੀ ਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ, ਇਹਨਾਂ ਨੂੰ ਫੇਸਬੁੱਕ ਪੇਜ ਦੇ ਉੱਤੇ ਤੇ ਵੈਬਸਾਈਟ ਦੇ ਰਾਹੀਂ ਵੀ, ਜਾਂ ਫਿਰ ਇਹਨਾਂ ਨੂੰ ਪਰਸਨਲੀ ਵੀ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਇਹਨਾਂ ਦੇ ਇਵੈਂਟਸ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਸਾਡੇ ਇਸ ਪਲੇਟਫਾਰਮ ਦੇ ਰਾਹੀਂ ਅਸੀਂ ਤਕਰੀਬਨ ਹਰ ਇੱਕ ਕੈਂਡੀਡੇਟ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਬੁਲਾ ਕੇ ਤੁਹਾਡੇ ਰੂਬਰੂ ਕਰਦੇ ਰਵਾਂਗੇ। ਤੁਸੀਂ ਕਿਸੇ ਕੈਂਡੀਡੇਟ ਦੇ ਬਾਰੇ ਵਿੱਚ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਸਿਟੀ ਕਾਉਂਸਲਰ ਦੇ ਇਲੈਕਸ਼ਨਸ ਦੇ ਬਾਰੇ ਵਿੱਚ, ਜਾਂ ਫਿਰ ਤੁਹਾਨੂੰ ਲੱਗਦਾ ਕਿ ਅਸੀਂ ਇਹਨਾਂ ਮੁੱਦਿਆਂ ਨੂੰ
ਚੱਕਣਾ ਚਾਹੀਦਾ, ਕਿਹੜੇ ਪੁਆਇੰਟਸ ਨਹੀਂ ਜਿਹੜੇ ਰੇਜ਼ ਕੀਤੇ ਜਾ ਰਹੇ, ਤਾਂ ਤੁਸੀਂ ਉਹ ਸਾਨੂੰ ਭੇਜ ਸਕਦੇ ਹੋ। ਅਸੀਂ ਤੁਹਾਡੇ ਬਿਹਾਫ ਤੇ ਉਹਨਾਂ ਪੁਆਇੰਟਸ ਨੂੰ ਰੇਜ਼ ਕਰਕੇ ਜਿੰਨੇ ਵੀ ਸਾਡੇ ਕੈਂਡੀਡੇਟ ਇਸ ਫਾਈਟ ਕਰ ਰਹੇ ਨੇ, ਚਾਹੇ ਉਹ ਮੇਅਰ ਦੇ ਇਲੈਕਸ਼ਨ ਤੇ ਫਾਈਟ ਕਰ ਰਹੇ ਨੇ, ਚਾਹੇ ਉਹ ਕਾਉਂਸਲਰ ਦੇ ਉਹਦੇ ਇਲੈਕਸ਼ਨ ਤੇ ਫਾਈਟ ਕਰ ਰਹੇ ਨੇ, ਉਹਨਾਂ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ। ਤਾਂ ਸਰ ਜੀ, ਜਿਹੜਾ ਲਾਸਟ ਟਾਈਮ ਅਸੀਂ ਦੇਖਿਆ ਪੈਂਡੈਮਿਕ ਹੋਇਆ ਕਿ ਸਾਲ ਡੇਢ ਸਾਲ ਤੋਂ ਬਿਜ਼ਨੈਸਸ ਦੇ ਉੱਤੇ, ਚਾਹੇ ਵੱਡੇ ਬਿਜ਼ਨੈਸਸ ਦੀ ਗੱਲ ਕਰ ਲਈਏ ਜਾਂ ਫਿਰ ਸਮਾਲ ਬਿਜ਼ਨੈਸਸ ਦੀ ਗੱਲ ਕਰ ਲਈਏ, ਉੱਥੇ ਕਾਫੀ ਜ਼ਿਆਦਾ ਇਫੈਕਟ ਪਿਆ। ਜਾਂ ਬਿਜ਼ਨੈਸਸ ਦਾ ਕੋਈ ਜਿਹੜਾ ਹੈਗਾ ਇਹਦੇ ਵਿੱਚ ਤੁਸੀਂ ਐਜ਼ ਏ ਕਾਉਂਸਲਰ ਜਿਹੜੀ ਫਾਈਟ ਕਰ ਰਹੇ ਹੋ, ਕੀ ਕਾਉਂਸਲਰ ਦੀ ਰੇਂਜ ਦੇ ਵਿੱਚ ਕੁਝ ਬਿਜ਼ਨੈਸਸ ਨੂੰ, ਸਮਾਲ ਬਿਜ਼ਨੈਸਸ ਜਾਂ ਬਿਗ ਬਿਜ਼ਨੈਸ ਦਾ ਇਫੈਕਟ ਦੇ ਜਿਹੜਾ ਉਹਨਾਂ ਤੇ ਇਫੈਕਟ ਹੋਇਆ, ਉਹਦਾ ਕੁਝ ਤੁਹਾਡੇ ਉਹਦੇ ਨਾਲ ਕੋਈ ਮੇਲ ਜੋਲ ਹੁੰਦਾ, ਉਸ ਦੇ ਬਾਰੇ ਵਿੱਚ ਤੁਸੀਂ ਕੋਈ ਕਦਮ ਚੱਕ ਰਹੇ ਹੋ? हाँ, बहुत बहुत अच्छा सवाल है। मेरा एक बड़ा प्रोग्राम है, बड़ा प्लान है मेरा। वो पूरे काउंसिल या मेयर मिलकर वो प्लान कर सकते हैं। मेरा प्लान है कि एडमिंटन को लोग अभी ज़्यादा उनकी पहचान इतनी नहीं है एडमिंटन की। हम यहाँ पर एडमिंटन में ऐसे बड़े इंटरनेशनल लेवल की इवेंट्स कराएं कि पूरी दुनिया में लोग एडमिंटन को जानें। क्योंकि मैं मॉन्ट्रियल में था, वहाँ पे बड़े बड़े इवेंट्स होते हैं, पूरी दुनिया से लोग आते हैं। तो ये जब यहाँ पे इस तरह का कोई इवेंट होगा, कोई म्यूज़िक का फेस्टिवल होगा, कोई इस तरह से कोई चीज़ होगी कि दुनिया से लोग आएँ, जब यहाँ पर जितने ज़्यादा लोग आएंगे, टूरिज़्म जिसको बोलेंगे, वह अमेरिका से लोग आएँ, दूसरे शहरों, कनाडा से, दूसरे शहरों से आएँ या यूरोप से लोग आएँ, वो हमारे होटल्स में रहेंगे, वो हमारे रेस्टोरेंट्स में खाएंगे, वो हमारे स्टोर से शॉपिंग करेंगे और वो पैसा अपने साथ लाते हैं। तो ये जो बिजनेसेस वगैरह होते हैं ना, वो जो यहाँ शहर के लोग हैं, वो तो जिनकी ज़रूरत है, इकॉनमी जितना अलाउ करती है उस हिसाब से तो वो ख़रीद लेते हैं। लेकिन जब ये बाहर के लोग आएंगे, जब वो पैसा आएगा तो उसके दो फ़ायदे होंगे। एक तो लोकल बिजनेसेस को फ़ायदा होगा, लोग आएंगे खर्च करेंगे। दूसरा, शहर का रेवेन्यू बढ़ेगा। शहर को जो टैक्स हम जमा करते हैं, जैसे प्रॉपर्टी टैक्स और दूसरे जो चीज़ें शहर वाले, ये काफ़ी नहीं है। ये हर साल बढ़ाते हैं ये टैक्स वगैरह। वो सस्टेनेबल नहीं है, वो हमेशा नहीं कर सकता, क्योंकि कुछ अरसे बाद टैक्स इतना बढ़ जाएगा कि लोग यहाँ रह भी नहीं सकेंगे। तो हम उनको एक और रास्ता देंगे, एक और तरीका देंगे कि आप शहर का जो पैसा है, जो बजट के लिए ज़रूरी होता है, वो पैसा इस तरह से बढ़ाएं कि बाहर से लोगों को बुलाएं। तो ये मेरा प्लान है और ये मैं सिटी काउंसिल में जाकर, क्योंकि ये काउंसिल कर नहीं सकता, लेकिन मेरा काम उनको आइडिया देना, उन पर डिस्कस कराना और उनसे अप्रूव कराना है। तो ये मेरा प्लान है कि लोग आएँ, पैसा लाएं, शहर की रेवेन्यू बढ़े, लोगों को पैसा मिले और बिजनेसेस का फ़ायदा हो। ਰਾਈਟ, ਬਿਲਕੁਲ। ਤਾਂ ਦੋਸਤੋ, ਇੱਕ ਹੋਰ ਮੈਂ ਲਾਸਟ ਦੇ ਵਿੱਚ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ ਮੈਸੇਜ ਸਾਡੇ ਦਰਸ਼ਕਾਂ ਦੇ ਲਈ ਜਿਹੜਾ ਹੈਗਾ, ਇੱਕ ਤੁਸੀਂ ਸਪੋਜ਼ ਐਜ਼ ਏ ਕਾਉਂਸਲਰ ਬਣ ਜਾਂਦੇ ਹੋ, ਅਗਰ ਤੁਸੀਂ ਇਲੈਕਟ ਹੋ ਜਾਂਦੇ ਹੋ, ਪਹਿਲਾ ਕਦਮ ਤੁਹਾਡਾ ਤੇ ਉਹਦੇ ਨਾਲ ਤੁਸੀਂ ਕੀ ਜਿਹੜਾ ਸੋਚਿਆ ਹੋਇਆ ਵੀ ਮੈਂ ਇਹ ਚੀਜ਼ਾਂ ਕਰਨ ਦੇ ਲਈ ਰੈਡੀ ਹਾਂ, ਮੈਂ ਹੁਣ ਆ ਕਦਮ ਚੁੱਕਾਂਗਾ? पहला प्रोग्राम तो यही है कि लोगों को यूनाइट करना है। ये जो रेसिज्म है, डिस्क्रिमिनेशन है, जो इंतहा पसंदी जिसको एक्सट्रीमिज़म कहते हैं, और जो हेट क्राइम्स हैं, उनके ख़िलाफ़ लोगों को एकजा करना है। दूसरा ये कि शहर के रेवेन्यू बढ़ाने के लिए काम करना है। तीसरा ये लोगों का जहनी जो मेंटल स्ट्रेस वगैरह है उसको कम करने के लिए, जैसे खड्डे भरने के लिए रोड के, वो इतनी बड़ी मशीनरी होती है शहर की, वो आ रही होती है, सड़क के पूरा दिन बंद होता है। इसकी जगह हम एक छोटी सी ट्रक कर लें, कुछ 4-5 लोग हों, वो आकर वो खड्डे भरें और जाएँ, 2 घंटे में काम हो सकता है। हर चीज़ को इतना मुश्किल किया गया है, हर चीज़ का आसान सलूशन मौजूद है, हर चीज़ आसानी से हो सकती है। ये शोर जो हाईवेज़ पे है, इसके लिए आपको थोड़ा से वो जो होते हैं नॉइज़ रोकने के लिए साउंड बैरियर बोलते हैं, दीवारें लगाते हैं, वो लगाएं और दरख्त उगाएं बड़े वाले। वो ये जो दीवारें हैं वो अच्छी नहीं लगती, उस पर आप पेंटिंग कराएं, इतने आर्टिस्ट मौजूद हैं, आप पेंटिंग कराएं खूबसूरत। फिर जब वो दरख्त बड़े हो जाएं, वो ख़ुद आवाज़ को रोकते हैं, शोर को रोकते हैं। आप फिर वो दीवारें हटा दें, वो दरख्त जो हैं उसको रोक लेंगे। बिल्कुल आसान उसके हल है।
तो ये चीज़ें मैं करना चाहता हूँ। ये अफोर्डेबल हाउसिंग जो है ये मेरा प्लान है, और ये पावर्टी जो गरीबी है, जो ड्रग एडिक्शन है, जो होमलेसनेस है, जो घर नहीं लोगों के पास, उन पे थोड़ा काम करेंगे। उनको जो ड्रग एडिक्ट्स हैं उनको वापस सोसाइटी में लाने के लिए काम करेंगे। उनके लिए सिर्फ सेफ इंजेक्शन साइट नहीं होना चाहिए कि वहाँ पर जाकर इंजेक्शन लगाएं, ऐसी जगह होनी चाहिए कि वो ठीक हो जाएं। इस तरह से ये प्लान्स हैं मेरे। अब देखता हूँ कि कितने काम हो सकता है इस पर। जी बहुत बहुत थैंक्स सना जी ਤੁਹਾਡਾ, ਤੁਸੀਂ ਇਸ ਪ੍ਰੋਗਰਾਮ ਦੇ ਰਹੀ ਆਏ ਸਾਡੇ ਦਰਸ਼ਕਾਂ ਦੇ ਨਾਲ ਆਪਣੀ ਜਿਹੜੀ ਹੈਗੀ ਆ ਐਕਸਪੀਰੀਅੰਸ, ਆਪਣੀ ਜਿਹੜੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ। ਦੋਸਤੋ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਰਹੀ ਅਸੀਂ ਹੋਰ ਵੀ ਸਾਡੇ ਨਾਲ ਇਹਨਾਂ ਪ੍ਰੋਗਰਾਮਾਂ ਦੇ ਰਹੀ ਕੈਂਡੀਡੇਟਸ ਆਉਂਦੇ ਰਹਿਣਗੇ। ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਹਨੀ ਵਾਲੀਆ ਸ਼ੋਜ਼ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਸਾਡੇ ਹੋਰ ਵੀ ਮਨੋਰੰਜਨ ਭਰਪੂਰ ਪ੍ਰੋਗਰਾਮ ਦੇਖਣ ਦੇ ਲਈ ਹਨੀ ਵਾਲੀਆ ਸ਼ੋਜ਼ ਨੂੰ ਲਾਈਕ ਕਰ ਲਓ। ਰੋਜ਼ਾਨਾ ਸਾਡੇ ਪ੍ਰੋਗਰਾਮ ਨੂੰ ਦੇਖ ਸਕਦੇ ਹੋ। ਅਲੱਗ-ਅਲੱਗ ਜਿਹੜੇ ਹੈਗੇ ਨੇ ਟੌਪਿਕਸ ਦੇ ਉੱਤੇ ਸਾਡੇ ਪ੍ਰੋਗਰਾਮ ਚੱਲਦੇ ਨੇ। ਬਾਕੀ ਅਸੀਂ ਖਾਸ ਕਰਕੇ ਜਿਹੜੇ ਇਲੈਕਸ਼ਨ ਆ ਰਹੇ ਨੇ ਉਹਨਾਂ ਦੇ ਉੱਤੇ ਕੁਝ ਖਾਸ ਚਰਚਾ ਵਿਸ਼ੇਸ਼ ਦੇ ਲਈ ਅਸੀਂ ਅੱਗੇ ਜਿਹੜੀ ਹੈਗੀ ਹੈ ਜਿਹੜੀ ਡਿਬੇਟਸ ਦੇ ਉੱਤੇ ਵੀ ਪ੍ਰੋਗਰਾਮ ਦੇ ਉੱਤੇ ਵਰਕਆਊਟ ਕਰ ਰਹੇ ਹਾਂ। ਉਹਨਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਲਈ ਤੁਸੀਂ ਇਹਨਾਂ ਸ਼ੋਜ਼ ਨੂੰ ਰੈਗੂਲਰ ਜਿਹੜਾ ਹੈਗਾ ਵਾਚ ਕਰਦੇ ਰਹੋ। ਅੱਜ ਦੇ ਪ੍ਰੋਗਰਾਮ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ। ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।